तू चिंतन कर मेरा, मैं चिंता मिटाऊंगा। तेरे एक कदम पर मैं 100 कदम बढ़ाऊंगा। तेरे एक कदम पर मैं 100 कदम बढ़ाऊंगा। सर्व धर्मां दे साइयां भगवान श्री कृष्ण फरमा रहे ने तीसरे अध्याय दे सारे इन्हां श्लोकां विच कर्म दी गाथा दसी है। हुण चौथे अध्याय विच ਅਸੀਂ चौथे अध्याय विच प्रवेश कर रहे हां। तो भगवान श्री कृष्ण चौथे अध्याय दे पहले, दूजे, तीजे और चौथे श्लोक विच फरमा रहे ने भगवान श्री कृष्ण फरमा रहे ने भागवत ज्ञान दी प्रणाली दा फिर अर्जुन नूं हाल बता रहे ने। मैं इस अमर योग विद्या दा उपदेश, योग विद्या, हुण योग विद्या की गल चल रही है कि मैं इस अमर योग विद्या का उपदेश सूरज देव विश्वान नूं दिता सी। सब तो पहला ये ज्ञान जो अज तेनू दे रहा, भगवान श्री कृष्ण कह रहे हैं मैं इस अमर योग विद्या का उपदेश सब तो पहला सूरज देव विश्वान इस वाकू नूं दिता सी। विश्वान ने मनुखा दे पिता मनु नूं दिता। विश्वान ने मनुखा दे पिता मनु नूं दिता। मनु ने इक्ष्वाकु नूं दिता सी। दूसरे श्लोक विच फरमा रहे ने कि परम ज्ञान गुरु परंपरा राही दिता। परम ज्ञान गुरु परंपरा राही दिता। राज ऋषियां ने इस नूं समझिया सी। परंपरा सनातन विच गुरु परंपरा दी बहुत ज्यादा इंपॉर्टेंस है। तो फरमा रहे ने कि ये परम ज्ञान गुरु परंपरा राही दिता। राज ऋषियां ने इस नूं समझिया सी। समा पा के परंपरा खेरू हो गई। समा पा के युग पलट गए। समा पा के परंपरा खेरू हो गई। विज्ञान यथार्थ लुप्त हो गया है। ये पुरातन योग मेरे राही परमेश्वर नाल संबंधां लई तेनू क्या जा रहा है। इसलिए मेरे भगत और दोस्त भी हो। इसलिए तुसी मेरे भगत और दोस्त भी हो। इस अलौकिक रहस्य नू लिया जा रहा है। अर्जुन ने क्या, अर्जुन कह रहा है कि सूरज देव मनु पहला हो चुके हैं। किंज समझा के तुसा दिता है। कहे लखविंदर अर्जुन ने यह सवाल बहुत ज्यादा ही दुरुस्त कीता है। सर्व धर्मां दे साइयां भगवान श्री कृष्ण अर्जुन नूं क्या है। तेरे और मेरे अनेकां जन्म हो चुके हैं। मैनू याद है, तेनू याद ना रहा है। भावें मैं अजन्मा ते अविनाशी हाँ। मैं ही सारे जीवां दा स्वामी हाँ। तां ही हर युग विच मैं अपने अलौकिक रूप दी क्या दसदा हाँ। ये कहानी है। ये भारतवंशी जद भी और जिथे भी सच्चे धर्म का पतन हुंदा जांदा है और अधर्म की प्रधानता होण लगदी है। उदू अवतार
ਲੈ ਆਂਦਾ ਹਾਂ ਏ। ਚੌਥੇ ਅਧਿਆਇ ਦੇ 5ਵੇਂ 6ਵੇਂ 7ਵੇਂ 8ਵੇਂ 9ਵੇਂ ਸ਼ਲੋਕ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਅਰਜਨ ਨੂੰ ਫਰਮਾ ਰਹੇ ਨੇ, ਦੱਸ ਰਹੇ ਨੇ। ਦੇਖੋ ਇਹ ਭਾਗਵਤ ਕਥਾ, ਭਾਗਵਤ ਗੀਤਾ, ਭਾਗਵਤ ਗਿਆਨ ਸਤਯੁਗ ਤੋਂ ਚੱਲਦਾ ਆ ਰਿਹਾ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੁਆਪਰ ਯੁਗ ਵਿੱਚ, ਸਤਯੁਗ, ਤ੍ਰੇਤਾ ਔਰ ਦੁਆਪਰ ਵਿੱਚ ਜਾ ਕੇ ਇਸ ਗਿਆਨ ਨੂੰ ਰਿਪੀਟ ਕਰ ਰਹੇ ਨੇ ਅਰਜਨ ਅੱਗੇ। ਇੱਥੇ ਵੀ ਸਾਨੂੰ ਸਮਝਣ ਦੀ ਲੋੜ ਹੈ। ਅਸੀਂ ਕਈ ਵਾਰ ਬਹੁਤ ਗਲਤਫਹਿਮੀ ਚ ਪੈ ਜਾਂਦੇ ਹਾਂ। ਭਗਵਾਨ ਸ੍ਰੀ ਕ੍ਰਿਸ਼ਨ ਦੁਆਪਰ ਯੁਗ ਦੇ ਅਵਤਾਰ ਹਨ। ਦੁਆਪਰ ਯੁਗ ਦੇ ਅਵਤਾਰ ਹਨ। ਤ੍ਰੇਤਾ ਯੁਗ ਦੇ ਰਾਮ ਜੀ ਅਵਤਾਰ ਹਨ। ਕਲ ਯੁਗ ਦੇ ਵਿੱਚ ਗੁਰੂ ਨਾਨਕ ਅਵਤਾਰ ਹਨ, 10 ਗੁਰੂ ਸਾਹਿਬਾਨ ਹਨ ਔਰ ਹੋਰ ਵੀ ਬਹੁਤ ਮਹਾਨ ਹਸਤੀਆਂ ਇਸ ਸੰਸਾਰ ਵਿੱਚ ਆਉਂਦੀਆਂ ਹਨ ਔਰ ਜਾਂਦੀਆਂ ਹਨ। ਇਸੇ ਤਰ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਅਰਜਨ ਨੂੰ ਚੌਥੇ ਅਧਿਆਇ ਦੇ 5ਵੇਂ 6ਵੇਂ 7ਵੇਂ 8ਵੇਂ 9ਵੇਂ ਸ਼ਲੋਕ ਵਿੱਚ ਫਰਮਾ ਰਹੇ ਨੇ। 10 ਦੁਬਾਰਾ ਇਸ ਨੂੰ ਰਿਪੀਟ ਕਰ ਦਿੰਦਾ ਹੈ ਕਿ ਸਰਵ ਧਰਮਾਂ ਦੇ ਸਾਈਆਂ ਭਗਵਾਨ ਸ੍ਰੀ ਕ੍ਰਿਸ਼ਨ ਅਰਜਨ ਨੂੰ ਕਿਹਾ ਹੈ, ਤੇਰੇ ਔਰ ਮੇਰੇ ਅਨੇਕਾਂ ਜਨਮ ਹੋ ਚੁੱਕੇ ਹਨ, ਮੈਨੂੰ ਯਾਦ ਹੈ, ਤੈਨੂੰ ਯਾਦ ਨਾ ਰਿਹਾ ਹੈ। ਭਾਵੇਂ ਮੈਂ ਆ ਜਨਮਾਂ ਤੇ ਅਵਨਾਸੀ ਹਾਂ, ਮੈਂ ਹੀ ਸਾਰੇ ਜੀਵਾਂ ਦਾ ਸੁਆਮੀ ਹਾਂ। ਤਾਂ ਹੀ ਹਰ ਯੁੱਗ ਵਿੱਚ ਮੈਂ ਆਪਣੇ ਅਲੌਕਿਕ ਰੂਪ ਦੀ ਦੱਸਦਾ ਹਾਂ। ਇਹ ਕਹਾਣੀ ਹੈ। ਇਹ ਭਾਰਤਵੰਸ਼ੀ ਜਦ ਵੀ ਔਰ ਜਿੱਥੇ ਵੀ ਸੱਚੇ ਧਰਮ ਦਾ ਪਤਨ ਹੁੰਦਾ ਜਾਂਦਾ ਹੈ ਔਰ ਆਧਰਮ ਦੀ ਪ੍ਰਧਾਨਤਾ ਹੋਣ ਲੱਗਦੀ ਹੈ, ਉਦੋਂ ਅਵਤਾਰ ਲੈ ਆਂਦਾ ਹਾਂ। ਭਗਤਾਂ ਦਾ ਪਾਰ ਉਤਾਰਾ ਕਰਨ ਲਈ, ਦੁਸ਼ਟਾਂ ਦਾ ਨਾਸ਼ ਕਰਨ ਲਈ ਹਾਂ। ਧਰਮ ਦੀ ਮੁੜ ਸਥਾਪਨਾ ਕਰਨ ਲਈ ਮੈਂ ਹਰ ਯੁੱਗ ਵਿੱਚ ਪ੍ਰਗਟ ਹੋ ਜਾਂਦਾ ਹਾਂ। ਇਹ ਅਰਜਨ, ਜੋ ਮੇਰੇ ਜਨਮ ਅਤੇ ਕੰਮਾਂ ਵਾਲੀ ਅਲੌਕਿਕ ਪ੍ਰਕਿਰਤੀ ਨੂੰ ਜਾਣਦਾ ਹੈ, ਉਹ ਇਹ ਸਰੀਰ ਨੂੰ ਛੱਡਣ ਤੋਂ ਬਾਅਦ ਵੀ ਜਨਮ ਨਾ ਲੈ ਕੇ ਸਨਾਤਨ ਦਾ ਸੁਖ ਮਾਣਦਾ ਹੈ। ਸਰਵ ਧਰਮਾਂ ਦੇ ਸਾਈਆਂ ਅੱਗੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਫਰਮਾਇਆ ਹੈ ਚੌਥੇ ਅਧਿਆਇ ਦੇ 10ਵੇਂ 11ਵੇਂ 12ਵੇਂ ਔਰ 13ਵੇਂ ਸ਼ਲੋਕ ਵਿੱਚ। ਸਰਵ ਧਰਮਾਂ ਦੇ ਸਾਈਆਂ ਅੱਗੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਫਰਮਾਇਆ ਹੈ, ਭੂਤ ਕਾਲ ਵਿੱਚ ਮੋਹ, ਡਰ, ਕ੍ਰੋਧ ਤੋਂ ਮੁਕਤ ਹੋ ਕੇ ਜੋ ਵੀ ਮੇਰੀ ਸ਼ਰਨ ਵਿੱਚ ਆਇਆ ਏ, ਮੇਰੇ ਵਿੱਚ ਪੂਰੀ ਤਰ੍ਹਾਂ ਮਗਨ ਹੋ ਗਿਆ, ਮੇਰੇ ਗਿਆਨ ਨਾਲ ਪਵਿੱਤਰ ਹੋ ਚੁੱਕਾ ਹੈ। ਇੰਜ ਸਾਰੇ ਮੇਰੇ ਅਲੌਕਿਕ ਪ੍ਰੇਮ ਨੂੰ ਚੰਗੀ ਤਰ੍ਹਾਂ ਪ੍ਰਾਪਤ ਕਰ ਚੁੱਕਾ ਹੈ। ਜਿਸ ਭਾਵ ਨਾਲ ਸਾਰੇ ਜੀਵ ਮੇਰੇ ਨਾਲ ਮੇਰੀ ਸ਼ਰਨ ਗ੍ਰਹਿਣ ਕਰਦੇ ਰਹਿੰਦੇ ਨੇ, ਉਸੇ ਤਰ੍ਹਾਂ ਉਹਨਾਂ ਨੂੰ ਫਲ ਦਿੰਦਾ ਹਾਂ ਜੋ ਮੇਰੇ ਰਸਤੇ ਦਾ ਅਨੁਸਰਨ ਕਰਦੇ ਰਹਿੰਦੇ ਨੇ। ਸੰਸਾਰੀ ਸਾਕਾਮ ਕਰਮਾਂ ਦੀ ਸਿੱਧੀ ਚਾਹੁੰਦੇ ਹਨ। ਸੰਸਾਰੀ ਭੌਤਿਕਵਾਦੀ ਜੀਵ ਸਾਕਾਮ ਕਰਮਾਂ ਦੀ ਸਿੱਧੀ ਚਾਹੁੰਦੇ ਹਨ, ਭਏ ਦੇਵਤਿਆਂ ਦੀ ਪੂਜਾ ਕਰਦੇ ਨੇ, ਪਰ ਇਸ ਸੰਸਾਰ ਵਿੱਚ ਮਨੁੱਖਾਂ ਨੂੰ ਸਾਕਾਮ ਕਰਮਾਂ ਦਾ ਪੂਰਾ ਫਲ ਇਹ ਨਾ ਦੇ ਧਰਦੇ ਨੇ। ਪ੍ਰਕਿਰਤੀ ਦੇ ਤਿੰਨਾਂ ਗੁਣਾਂ ਦੀ ਵੀ, ਇਸ ਪੂਰੀ ਪ੍ਰਕਿਰਤੀ ਦੇ ਤਿੰਨਾਂ ਗੁਣਾਂ ਦੀ ਵੀ 4 ਹਿੱਸਿਆਂ ਵਿੱਚ ਰਚਨਾ ਕੀਤੀ ਏ। ਮੈਂ ਇਸ ਵਿਵਸਥਾ ਦਾ ਰਚਨਾਹਾਰ ਹਾਂ। ਮੈਂ ਇਸ ਰਚਨਾ ਦਾ ਰਚਨਾਹਾਰ ਹਾਂ। ਅਵਨਾਸੀ ਕਰਤਾ ਨੇ ਇਹ ਰਚਨਾ ਰਚ ਲੀਤੀ ਹੈ। ਸਰਵ ਧਰਮਾਂ ਦੇ ਸਾਈਆਂ
royalty-free music for videos and media projects. ਅਧਿਆਏ ਚੌਥੇ ਦੇ 14, 15, 16 ਔਰ 17 ਸ਼ਲੋਕ ਵਿੱਚ ਫਰਮਾਇਆ ਜਾ ਰਿਹਾ ਹੈ ਕਿ ਸਰਵ ਧਰਮਾਂ ਦੇ ਸਾਈਆਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਮੈਂ ਹੀ ਸਭ ਕੁਝ ਕਰਦਾ ਹਾਂ ਮੇਰੇ ਤੇ ਕਿਸੇ ਦਾ ਪ੍ਰਭਾਵ ਕੋਈ ਨਹੀਂ ਪੈਂਦਾ Pocket.com. ਨਾ ਹੀ ਕਰਮ ਫਲ ਦੀ ਲਾਲਸਾ ਕਰਦਾ ਹਾਂ ਮੇਰੇ ਬਾਰੇ ਜੋ ਇਸ ਸਚਾਈ ਨੂੰ ਜਾਣਦਾ ਹੈ ਉਹ ਕਰਮ ਜਾਲ ਵਿੱਚ ਨਹੀਂ ਬੰਨਿਆ ਜਾਂਦਾ ਹੈ ਪੁਰਾਤਨ ਸਮੇਂ ਦੀਆਂ ਸਾਰੀਆਂ ਮੁਕਤ ਆਤਮਾਵਾਂ ਨੂੰ ਇਹ ਹੀ ਜਾਣਿਆ ਜਾਂਦਾ ਹੈ ਪੁਰਾਤਨ ਸਮੇਂ ਦੀਆਂ ਮੁਕਤ ਆਤਮਾਵਾਂ ਨੇ ਮੇਰੇ ਸੁਭਾਅ ਨੂੰ ਜਾਣ ਕੇ ਕਰਮ ਕੀਤੇ ਨੇ ਤੁਹਾਨੂੰ ਵੀ ਚਾਹੀਦਾ ਹੈ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਆਪਣੇ ਫਰਜ਼ ਨਿਭਾ ਲਿੱਤੇ ਨੇ ਕਰਮ ਕੀ ਹੈ ਔਰ ਆਕਰਮ ਕੀ ਹੈ ਨਿਸ਼ਚਿਤ ਕਰਨ ਵਿੱਚ ਬੁੱਧੀਮਾਨ ਮਨੁੱਖ ਵੀ ਮੋਏ ਜਾਂਦੇ ਨੇ ਤੁਹਾਨੂੰ ਦੱਸਾਂਗਾ ਕਿ ਕਰਮ ਕੀ ਹੈ ਸਭ ਸਮਝ ਕੇ ਬਦਨਸੀਬੀ ਤੋਂ ਮੁਕਤ ਹੋ ਜਾਂਦੇ ਨੇ ਕਰਮ ਦੀਆਂ ਬਰੀਕੀਆਂ ਨੂੰ ਸਮਝਣਾ ਔਖਾ ਹੈ ਬਹੁਤ ਔਖਾ ਹੈ ਜਾਣਨਾ ਹੈ ਵੀ ਕਰਮ ਕੀ ਹੈ ਔਰ ਕਰਮ ਕੀ ਹੈ ਕਹੇ ਲਖਵਿੰਦਰ ਮਨੁੱਖ ਨੂੰ ਚਾਹੀਦਾ ਹੈ ਕਿ ਚੰਗੀ ਤਰ੍ਹਾਂ ਸਮਝੇ ਕਿ ਕਰਮ ਕੀ ਹੈ ਸਰਵ ਧਰਮਾਂ ਦੇ ਸਾਈਆਂ ਕਰਮ ਨੂੰ ਸਮਝਦਾ ਨਹੀਂ ਇਨਸਾਨ ਹੈ ਚੌਥੇ ਅਧਿਆਇ ਦੇ 18, 19, 20 ਔਰ 21 ਸ਼ਲੋਕ ਵਿੱਚ ਫਰਮਾ ਰਹੇ ਨੇ ਸਰਵ ਧਰਮਾਂ ਦੇ ਸਾਈਆਂ ਕਰਮ ਨੂੰ ਸਮਝਦਾ ਨਹੀਂ ਇਨਸਾਨ ਹੈ ਜੋ ਕਰਮ ਵਿੱਚ ਅਕਰਮ ਵਿੱਚ ਕਰਮ ਵੇਖਦਾ ਹੈ ਮਨੁੱਖਾਂ ਵਿੱਚ ਬੁੱਧੀਮਾਨ ਹੈ ਕਰਮ ਨੂੰ ਸਮਝਦਾ ਨਹੀਂ ਇਨਸਾਨ ਹੈ ਜੋ ਕਰਮ ਵਿੱਚ ਅਕਰਮ ਵਿੱਚ ਕਰਮ ਵੇਖਦਾ ਹੈ ਮਨੁੱਖਾਂ ਵਿੱਚ ਸਭ ਤੋਂ ਵੱਧ ਬੁੱਧੀਮਾਨ ਹੈ ਉਹ ਹੈ ਹਰ ਤਰ੍ਹਾਂ ਦੇ ਕਰਮ ਵਿੱਚ ਜੁਟਿਆ ਰਹਿ ਕੇ ਵੀ ਅਲੌਕਿਕ ਸਥਿਤੀ ਵਿੱਚ ਜੋ ਰਹਿ ਪਾਉਂਦਾ ਏ ਇੰਦਰੀਆਂ ਦੀ ਤ੍ਰਿਪਤੀ ਦੀ ਕਾਮਨਾ ਤੋਂ ਬਿਨਾਂ ਚੱਲਦਾ ਹੈ ਉਹ ਪੂਰਨ ਗਿਆਨੀ ਸਮਝਿਆ ਜਾਂਦਾ ਹੈ ਜੋ ਸਾਧੂ ਸੱਜਣ ਪੂਰਨ ਗਿਆਨ ਦੀ ਅੱਗ ਨਾਲ ਜੋ ਸਾਧੂ ਸੰਤ ਮਹਾਂਪੁਰਖ ਸੱਜਣ ਪੂਰਨ ਗਿਆਨ ਦੀ ਅੱਗ ਨਾਲ ਕਰਮ ਫਲ ਨੂੰ ਭਸਮ ਕਰ ਦਿੰਦਾ ਏ ਅਜਿਹੇ ਸੱਜਣ ਸਾਧੂ ਨੂੰ ਕਰਤਾ ਕਹਿੰਦੇ ਹਨ ਅਜਿਹੇ ਸੱਜਣ ਸਾਧੂ ਸੰਤ ਮਹਾਂਪੁਰਖ ਨੂੰ ਕਰਤਾ ਕਹਿੰਦੇ ਹਨ ਉਹ ਕ੍ਰਿਸ਼ਨ ਭਾਵਨਾ ਅੰਮ੍ਰਿਤ ਹੋ ਲੈਂਦਾ ਹੈ ਅਜਿਹਾ ਗਿਆਨੀ ਪੂਰੀ ਤਰ੍ਹਾਂ ਨਾਲ ਸੰਜਮਿਤ ਮਨ ਤੋਂ ਬੁੱਧੀ ਨਾਲ ਕਾਰਜ ਕਰਦਾ ਏ ਆਪਣਾ ਮਲਕੀਅਤਨਾਮਾ ਛੱਡ ਦਿੰਦਾ ਹੈ ਸਰੀਰਕ ਨਿਰਵਾਹ ਲਈ ਕਰਮ ਕਰਦਾ ਹੈ ਸੇਵਾ ਦਾ ਕਾਰਜ ਕਰਦਾ ਹੋਇਆ ਪਾਪ ਰੂਪੀ ਫਲ ਤੋਂ ਪ੍ਰਭਾਵਿਤ ਨਹੀਂ ਹੁੰਦਾ ਸੇਵਾ ਦਾ ਕਾਰਜ ਕਰਦਾ ਹੋਇਆ ਇਹਨਾਂ ਪਾਪ ਰੂਪੀ ਫਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਹੇ ਲਖਵਿੰਦਰ ਕਰਮ ਆਕਰਮ ਨੂੰ ਸਮਝਣ ਦੇ ਲਈ ਦਾਸ ਤਾਂ ਪੂਰਾ ਜ਼ੋਰ ਲਗਾ ਦਿੰਦਾ ਸਰਵ ਧਰਮਾਂ ਦੇ ਸਾਈਆਂ ਇਹ ਕਰਮ ਯੋਗ ਦੀ ਗੱਲ ਚੱਲ ਰਹੀ ਹੈ ਚੌਥੇ ਅਧਿਆਇ ਵਿੱਚ ਸਰਵ ਧਰਮਾਂ ਦੇ ਸਾਈਆਂ ਚੌਥੇ ਅਧਿਆਇ ਦੇ 22, 23, 24 ਔਰ 25 ਸ਼ਲੋਕ ਵਿੱਚ ਫਰਮਾਇਆ ਜਾ ਰਿਹਾ ਹੈ ਸਰਵ ਧਰਮਾਂ ਦੇ ਸਾਈਆਂ ਕਰਮ ਕਰਨ ਲੱਗੇ ਰਹਿਣਾ ਨਹੀਂ
ਸੁਸਤ ਹੈ ਇਹ ਜੋ ਆਪਣੇ ਆਪ ਹੋਣ ਵਾਲੇ ਲਾਭ ਨਾਲ ਮੁਕਤ ਰਹਿੰਦਾ ਹੈ, ਜੋ ਆਪਣੇ ਆਪ ਹੋਣ ਵਾਲੇ ਲਾਭ ਨਾਲ ਮੁਕਤ ਰਹਿੰਦਾ ਹੈ, ਰਹਿੰਦਾ ਹਰੇਕ ਦਵੰਦ ਤੋਂ ਹੀ ਮੁਕਤ ਹੈ ਇਹ ਜੋ ਈਰਖਾ ਨਹੀਂ ਕਰਦਾ, ਸਫਲਤਾ ਅਸਫਲਤਾ ਵਿੱਚ ਹੀ ਸਥਿਰ ਰਹਿੰਦਾ ਹੈ ਇਹ ਕਰਮ ਕਰਦਿਆਂ ਬੰਧਨ ਵਿੱਚ ਨਹੀਂ ਫਸਦਾ, ਕਰਮ ਕਰਦੇ ਹੋਏ ਬੰਧਨ ਵਿੱਚ ਨਹੀਂ ਫਸਦਾ, ਆਪਣਾ ਸਰੀਰਕ ਨਿਰਵਾਹ ਕਰਮ ਕਰਦਾ ਹੈ। ਜਿਹੜਾ ਮਨੁੱਖ ਪ੍ਰਕਿਰਤੀ ਦੇ 3 ਗੁਣਾ ਪ੍ਰਤੀ 3 ਗੁਣ ਤਮੋ ਗੁਣ ਰਜੋ ਗੁਣ ਸਤੋ ਗੁਣ ਮੂਡ ਆਫ ਐਗਨੋਰੈਂਸ ਮੂਡ ਆਫ ਪੈਸ਼ਨ ਮੂਡ ਆਫ ਗੁਡਨੈਸ, ਜਿਹੜਾ ਮਨੁੱਖ ਪ੍ਰਕਿਰਤੀ ਦੇ 3 ਗੁਣਾ ਪ੍ਰਤੀ ਮੋਹ ਰਹਿਤ ਹੋ ਕੇ ਰਹਿੰਦਾ ਹੈ ਇਹ ਅਲੌਕਿਕ ਗਿਆਨ ਵਿੱਚ ਪੂਰੀ ਤਰ੍ਹਾਂ ਸਥਿਤ ਹੈ, ਕਰਮ ਬ੍ਰਹਮ ਵਿੱਚ ਮਿਲਾ ਲੈਂਦਾ ਹੈ ਇਹ ਆਪਣਾ ਕਰਮ ਇਸ ਪਾਰ ਬ੍ਰਹਮ ਵਿੱਚ ਮਿਲਾ ਲੈਂਦਾ ਹੈ ਇਹ ਜੋ ਕ੍ਰਿਸ਼ਨ ਭਾਵਨਾ ਅੰਮ੍ਰਿਤ ਵਿੱਚ ਖਾਸ ਹੋ ਕੇ ਖੁਸ਼ ਹੋ ਕੇ ਪੂਰੀ ਤਰ੍ਹਾਂ ਨਾਲ ਲੀਨ ਰਹਿੰਦਾ ਹੈ ਇਹ ਉਸਦੇ ਆਪਣੇ ਕਰਮ ਦੇ ਯੋਗਦਾਨ ਸਦਕਾ ਉਸਦੇ ਆਪਣੇ ਕਰਮ ਦੇ ਯੋਗਦਾਨ ਸਦਕਾ ਭਗਵਾਨ ਦੇ ਧਾਮ ਨੂੰ ਪਾ ਲੈਂਦਾ ਹੈ ਇਹ ਕੁਝ ਜੋਗੀ ਵੱਖੋ ਵੱਖਰੇ ਯੋਗ ਨਾਲ ਕੁਝ ਜੋਗੀ ਵੱਖਰੇ ਵੱਖਰੇ ਯੋਗ ਨਾਲ ਦੇਵਤਿਆਂ ਦੀ ਭਲੀ ਭਾਂਤ ਸੇਵਾ ਕਰਦੇ ਨੇ ਕਹੇ ਲਖਵਿੰਦਰ ਕੁਝ ਪਾਰ ਬ੍ਰਹਮ ਰੂਪੀ ਅੱਗ ਵਿੱਚ ਆਹੂਤੀਆਂ ਪਾ ਕੇ ਹੀ ਤਰਦੇ ਨੇ ਸਰਵ ਧਰਮਾਂ ਦੇ ਸਾਈਆਂ ਚੌਥੇ ਅਧਿਆਏ ਦੇ 26 27 28 ਔਰ 29 ਸ਼ਲੋਕ ਵਿੱਚ ਫਰਮਾਇਆ ਜਾ ਰਿਹਾ ਹੈ ਕਿ ਸਰਵ ਧਰਮਾਂ ਦੇ ਸਾਈਆਂ ਇਸ ਤਰ੍ਹਾਂ ਹੋਰ ਵੀ ਕਈ ਯੋਗ ਹਨ ਸੁਣਨ ਆਦਿ ਕਿਰਿਆਵਾਂ ਇੰਦਰੀਆਂ ਨੂੰ ਮਨ ਦੇ ਨਿਰੰਤਰਨ ਰੂਪੀ ਅਗ ਨੂੰ ਰਹੇ ਹਨ ਭੋਗੇ ਗ੍ਰਹਿਸਤੀ ਇੰਦਰੀਆਂ ਦੇ ਵਿਸ਼ਿਆਂ ਨੂੰ ਇੰਦਰੀਆਂ ਦੀ ਅੱਗ ਵਿੱਚ ਸਵਾਹ ਕਰ ਦਿੰਦੇ ਨੇ ਦੂਜੇ ਮਨ ਦੇ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਆਤਮਾ ਪ੍ਰਤੱਖੀਕਰਨ ਕਰਨਾ ਚਾਹੁੰਦੇ ਨੇ ਕਈ ਕਠੋਰ ਵਰਤਾਂ ਨੂੰ ਅੰਗੀਕਾਰ ਕਰਕੇ ਕਈ ਆਪਣੀ ਸੰਪਤੀ ਨੂੰ ਛੱਡ ਕੇ ਸੁਖ ਲੈਂਦੇ ਨੇ ਕਈ ਇੰਦਰੀਆਂ ਅਤੇ ਪ੍ਰਾਣ ਵਾਜੂ ਸੰਜਮਤ ਕਰਕੇ ਇੰਦਰੀਆਂ ਕੰਟਰੋਲ ਵਿੱਚ ਕਰਕੇ ਪ੍ਰਾਣ ਵਾਜੂ ਸੰਜਮਤ ਕਰਕੇ ਮਨ ਰੂਪੀ ਅੱਗ ਵਿੱਚ ਆਹੂਤੀ ਦਿੰਦੇ ਨੇ ਕੁਝ ਕਠੋਰ ਤਪੱਸਿਆ ਰਾਹੀਂ ਕੁਝ ਅਸ਼ਟਾਂਗ ਯੋਗ ਪੱਤੀ ਦੇ ਅਭਿਆਸ ਵਿੱਚ ਮਸਤ ਰਹਿੰਦੇ ਨੇ ਕਈ ਅਲੌਕਿਕ ਗਿਆਨ ਵਿੱਚ ਤਰੱਕੀ ਕਰਨ ਲਈ ਵੇਦਾਂ ਦਾ ਅਧਿਐਨ ਕਰ ਲੈਂਦੇ ਨੇ ਕਈ ਲੋਕ ਹਨ ਜਿਹੜੇ ਸਮਾਧੀ ਵਿੱਚ ਰਹਿ ਕੇ ਆਪਣੇ ਸਵਾਸਾਂ ਨੂੰ ਰੋਕੀ ਰੱਖਦੇ ਨੇ ਕਹੇ ਲਖਵਿੰਦਰ ਕਈ ਭੋਜਨ ਘੱਟ ਖਾ ਕੇ ਪ੍ਰਾਣਾ ਵਿੱਚ ਸਵਾਦ ਚੱਖਦੇ ਨੇ ਸਰਵ ਧਰਮਾਂ ਦੇ ਸਾਈਆਂ ਕਈ ਜਗ ਕਰਕੇ ਜੀਵਨ ਲਗਾਉਂਦੇ ਨੇ ਸਰਵ ਧਰਮਾਂ ਦੇ ਸਾਈਆਂ ਚੌਥੇ ਅਧਿਆਇ ਦੇ 30 31 32 33 ਔਰ 34 ਸ਼ਲੋਕ ਵਿੱਚ ਫਰਮਾਇਆ ਜਾ ਰਿਹਾ ਹੈ ਕਿ ਕਈ ਜਗ ਕਰਕੇ ਜੀਵਨ ਲਗਾਉਂਦੇ ਨੇ ਜਗ ਕਰਨ ਵਾਲੇ ਜਗ ਦਾ ਅਰਥ ਜਾਣਨ ਕਰਕੇ ਪਾਪ ਕਰਮਾਂ ਤੋਂ ਮੁਕਤ ਹੋ ਜਾਂਦੇ ਨੇ ਜੱਗਾਂ ਦੇ ਫਲ ਰੂਪੀ ਅੰਮ੍ਰਿਤ ਨੂੰ ਚੱਖ ਕੇ ਪਰਮ ਸ਼ਾਸਵਤ ਆਕਾਸ਼ ਵੱਲ ਵਧਦੇ ਨੇ ਹੇ ਅਰਜਨ ਜੋ ਇਸ ਜੀਵਨ ਵਿੱਚ ਸੁਖੀ ਨਹੀਂ ਉਹ ਅਗਲੇ ਜਨਮ ਵਿੱਚ ਕਿਵੇਂ ਸੁਖ ਪਾ ਸਕਦੇ ਨੇ ਇੱਥੇ ਜਗ ਨੂੰ ਸਮਝਣ ਦੀ ਲੋੜ ਹੈ ਕਿ ਜਗ ਕੀ ਹੈ ਜਗ ਗਿਆਨ ਦਾ ਹੋਏ ਜਗ ਸੇਵਾ ਦਾ ਹੋਏ ਬਾਕੀ ਜਿੰਨੇ ਮਰਜ਼ੀ ਕਰਮ ਕਰ ਲੋ
तीर्थ दान दयादत संयम जो मर्जी कर लो, लेकिन जग होना चाहिए ज्ञान जग। जग होना चाहिए सेवा का जग, सेवा यानी भगती का जग होना चाहिए। सो जगां दे फल रूपी अमृत नूं चख के परम शाश्वत आकाश ਵੱਲ ਵਧਦੇ ਨੇ। हे अर्जन, जो इस जीवन ਵਿੱਚ ਸੁਖੀ ਨਹੀਂ ਹਨ, ਅਗਲੇ ਜਨਮ ਵਿੱਚ ਕਿਵੇਂ ਸੁਖ ਪਾ ਸਕਦੇ ਨੇ। ਇਹਨਾਂ ਵੱਖੋ ਵੱਖਰੇ ਜਗ ਵੇਦਾਂ ਮੁਤਾਬਕ ਸਭ ਅਲੱਗ ਅਲੱਗ ਕਰਮਾਂ ਤੋਂ ਪੈਦਾ ਹੋਏ ਨੇ। ਇਹਨਾਂ ਨੂੰ ਸਮਝਣ ਨਾਲ ਮੁਕਤੀ ਵੱਲ ਵਧੋਗੇ। ਲੇਕਿਨ ਗਿਆਨ ਜਗ ਨਾਲ ਮੁਕਤੀ ਹੋਏ ਹੈ। ਇਹ ਭਾਰਤ ਪਦਾਰਥ ਜਗ ਨਾਲੋਂ ਗਿਆਨ ਜਗ श्रेष्ठ ਹੈ। ਜਿੰਨੇ ਵੀ ਪਦਾਰਥਾਂ ਦਾ ਤੂੰ ਜਗ ਲਗਾਣਾ ਹੈ, ਇਹਨਾਂ ਨਾਲੋਂ ਗਿਆਨ ਜਗ श्रेष्ठ ਹੈ। ਕਰਮ ਜਗ ਦਾ ਸਿਖਰ ਗਿਆਨ ਹੈ। ਗੁਰੂ ਕੋਲ ਜਾ ਕੇ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਇਸ ਦੇਹਧਾਰੀ ਗੁਰੂ ਕੋਲ ਜਾ ਕੇ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਵਿਨੀਤ ਹੋ ਕੇ ਜਿਗਿਆਸਾ ਤੇ ਕਰੋ ਧਿਆਨ ਹੈ। ਸਰੂਪ ਸਿੱਧ ਗਿਆਨੀ ਗਿਆਨ ਦੇ ਸਕਦੇ ਹਨ। ਕੇਵਲ ਸਰੂਪ ਸਿੱਧ ਗਿਆਨੀ ਗਿਆਨ ਦੇ ਸਕਦੇ ਹਨ, ਕਿਉਂਕਿ ਉਹਨਾਂ ਨੇ ਸਤ ਨੂੰ ਵੇਖਿਆ ਹੈ। ਉਹਨਾਂ ਨੇ ਸਿੱਖ ਨੂੰ ਵੇਖਿਆ ਹੈ। ਕਹੇ ਲਖਵਿੰਦਰ ਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ ਇਸ ਇੱਕ ਪਰਮੇਸ਼ਰ ਨੂੰ ਵੇਖਿਆ ਹੈ। ਸਰਵ ਧਰਮਾਂ ਦੇ ਸਾਈਆਂ ਤੇਰੀ ਭਗਤੀ ਕਰਕੇ ਸਰੂਪ ਸਿੱਧ ਹੋ ਜਾਂਦੇ ਨੇ। ਸਰੂਪ ਸਿੱਧ ਵਿਅਕਤੀ ਤੋਂ ਅਸਲੀ ਗਿਆਨ ਪ੍ਰਾਪਤ ਕਰਨ ਨਾਲ ਫਿਰ ਮੋਹ ਤੋਂ ਬਚ ਜਾਂਦੇ ਨੇ। ਇਸ ਗਿਆਨ ਨਾਲ ਤੁਸੀਂ ਦੇਖ ਸਕੋਗੇ, ਕਿ ਸਾਰੇ ਜੀਵ ਪਰਮਾਤਮਾ ਦਾ ਅੰਸ਼ ਹੈ। ਜੇਕਰ ਸਾਰੇ ਪਾਪੀਆਂ ਵਿੱਚੋਂ ਸਭ ਤੋਂ ਵੱਡਾ ਪਾਪੀ ਸਮਝਿਆ ਜਾਏ ਤਾਂ ਵੀ ਪਰਮਾਤਮਾ ਦਾ ਅੰਸ਼ ਹੈ। ਤੁਸੀਂ ਗਿਆਨ ਰੂਪੀ ਕਿਸ਼ਤੀ ਵਿੱਚ ਸਵਾਰ ਹੋ ਕੇ ਦੁੱਖ ਸਾਗਰ ਨੂੰ ਪਾਰ ਕਰ ਜਾਓਗੇ। ਭਗਵਾਨ ਦੇ ਪ੍ਰਾਪਤ ਗਿਆਨ ਨਾਲ ਹੀ ਪੂਰਨ ਗਿਆਨ ਜਣੀ ਮੁਕਤੀ ਦਾ ਰਸਤਾ ਪਾਓਗੇ। ਜਿਵੇਂ ਬਲਦੀ ਅੱਗ ਬਾਲਣ ਨੂੰ ਭਸਮ ਕਰ ਦਿੰਦੀ ਹੈ, ਗਿਆਨ ਰੂਪੀ ਅੱਗ ਕਰਮਾਂ ਨੂੰ ਜਲਾ ਦਿੰਦੀ ਹੈ। ਇਹ ਸੰਸਾਰ ਵਿੱਚ ਅਲੋਕ ਗਿਆਨ ਉੱਤਮ ਤੇ ਸੁਧ ਹੈ, ਜਿਹਦੀ ਸਾਰ ਬੇੜਾ ਪਾਰ ਲਗਾ ਦਿੰਦੀ ਹੈ। ਅਜਿਹਾ ਗਿਆਨ ਜੱਗਾਂ ਦਾ ਪੱਕਿਆ ਹੋਇਆ ਫਲ ਹੈ। ਮਨੁੱਖ ਭਗਤੀ ਵਿੱਚ ਸਿੱਧ ਹੋ ਜਾਂਦਾ ਹੈ। ਕਹੇ ਲਖਵਿੰਦਰ ਸਮੇਂ ਸਿਰ ਆਪਣੇ ਅੰਦਰ ਗਿਆਨ ਦਾ ਸਵਾਦ ਲੈ ਕੇ ਫਿਰ ਪਰਮੇਸ਼ਰ ਨੂੰ ਪਾਉਂਦਾ ਹੈ। ਸਰਵ ਧਰਮਾਂ ਦੇ ਸਾਈਆਂ ਫਿਰ ਇਸ ਇੱਕ ਪਰਮੇਸ਼ਰ ਨੂੰ ਪਾਉਂਦਾ ਹੈ, ਇਸ ਇੱਕ ਪਰਮੇਸ਼ਰ ਦੇ ਦਰਸ਼ਨ ਪਾਉਂਦਾ ਹੈ। ਸਰਵ ਧਰਮਾਂ ਦੇ ਸਾਈਆਂ ਤੇਰਾ ਅਲੋਕ ਗਿਆਨ ਪਾ ਕੇ ਉਹ ਤਰ ਗਿਆ ਏ। ਜੋ ਇਹ ਚੌਥੇ ਅਧਿਆਇ ਦੇ 39, 40, 41, 42 ਸ਼ਲੋਕ ਵਿੱਚ ਅੱਗੇ ਫਰਮਾ ਰਹੇ ਨੇ। ਸਰਵ ਧਰਮਾਂ ਦੇ ਸਾਈਆਂ ਤੇਰਾ ਅਲੋਕ ਗਿਆਨ ਪਾ ਕੇ ਉਹ ਤਰ ਗਿਆ ਏ। ਜੋ ਅਲੋਕ ਗਿਆਨ ਵਿੱਚ ਸਮਰਪਿਤ ਹੈ, ਜਿਸਨੇ ਇੰਦਰੀਆਂ ਤੇ ਕਾਬੂ ਕਰ ਲਿਆ ਹੈ, ਉਹ ਗਿਆਨ ਪ੍ਰਾਪਤ ਕਰਨ ਦਾ ਅਧਿਕਾਰੀ ਹੈ। ਪਰਮ ਸ਼ਾਂਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਅਗਿਆਨੀ ਤੇ ਸਰਦਾਹੀਨ ਸ਼ੋਕ ਕਰਦਾ ਰਹਿ ਜਾਂਦਾ ਹੈ। ਅਗਿਆਨੀ ਪੁਰਸ਼ ਤੇ ਸਰਦਾਹੀਨ ਸ਼ੋਕ ਕਰਦਾ ਰਹਿ ਜਾਂਦਾ ਹੈ। ਭਗਵਤ ਚੇਤਨਾ ਨੂੰ ਨਹੀਂ ਪਾਉਂਦਾ ਹੈ। ਦੋ ਚਿੱਤੀ ਜਾਂ ਸ਼ੰਕੀ ਵਿਅਕਤੀ ਨਾ ਇਸ ਲੋਕ ਨਾ ਪਰਲੋਕ ਵਿੱਚ ਕਿਤੇ ਉਸ ਨੂੰ ਢੋਈ ਹੈ। ਜੋ ਕਰਮ ਫਲ ਦਾ ਤਿਆਗ ਕਰਦਾ ਹੋਇਆ ਭਗਤੀ ਕਰਦਾ ਹੈ, ਉਸ ਦਾ ਵਿਗਾੜ ਨਹੀਂ ਹੁੰਦਾ ਕੋਈ ਹੈ। ਜਿਸ ਦੇ ਸ਼ੱਕ ਅਲੌਕਿਕ ਗਿਆਨ ਰਾਹੀਂ ਖਤਮ ਹੋ ਗਏ ਹਨ, ਜਿਸ ਦੇ Videos and media projects. ਸ਼ੱਕ ਸ਼ਿਕਵੇ ਅਲੌਕਿਕ ਗਿਆਨ ਰਾਹੀਂ ਖਤਮ ਹੋ ਗਏ ਹਨ।
ਉਹ ਅਸਲੀ ਆਤਮ ਗਿਆਨੀ ਹੈ। ਇਹ ਉਹ ਕਰਮਾਂ ਦੇ ਬੰਧਨ ਵਿੱਚ ਨਹੀਂ ਵੱਜਦਾ। ਉਹ ਕਰਮਾਂ ਦੇ ਬੰਧਨ ਵਿੱਚ ਨਹੀਂ ਵੱਜਦਾ। ਕਰਮ ਤੋਂ ਮੁਕਤ ਹੋ ਜਾਣਾ ਉਸ ਦੀ ਨਿਸ਼ਾਨੀ ਹੈ ਇਹ। ਇਸ ਲਈ ਅਗਿਆਨ ਸਦਕਾ ਜੋ ਸ਼ੱਕ ਪੈਦਾ ਹੋਏ ਨੇ, ਅਗਿਆਨ ਕਰਕੇ ਜੋ ਸ਼ੱਕ ਸਿਕਵੇ ਪੈਦਾ ਹੋਏ ਨੇ, ਗਿਆਨ ਰੂਪੀ ਸ਼ਾਸਤਰ ਨਾਲ ਕੱਟ ਦਿਓ। ਇਹ ਭਗਵਾਨ ਸ੍ਰੀ ਕ੍ਰਿਸ਼ਨ ਕਹਿ ਰਹੇ ਹਨ, ਇਹ ਅਰਜਨ ਸਥਿਰ ਹੋ ਕੇ ਖੜੇ ਹੋ ਔਰ ਜੰਗ ਕਰ ਦਿਓ। ਇਹ ਸਰਵ ਧਰਮਾਂ ਦੇ ਸਾਈਆਂ। या देवी सर्वभूतेषु विष्णुमायेति शब्दिता नमस्तस्यै 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 नमो नमः। या देवी सर्वभूतेषु विष्णुमायेति शब्दिता नमस्तस्यै 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 नमो नमः। या देवी सर्वभूतेषु चेतनेत्यभिधीयते नमस्तस्यै 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 नमो नमः। या देवी सर्वभूतेषु चेतनेत्यभिधीयते नमस्तस्यै 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 नमो नमः। या देवी सर्वभूतेषु बुद्धिरूपेण संस्थिता नमस्तस्यै